सो नॉर्मल एक्सटेंशंस जो अपना लास्ट लेक्चर ਦੇ ਵਿੱਚ ਡਿਸਕਸ ਹੋਇਆ ਸੀਗਾ ਇੱਕ ਵਾਰ ਦੀ ਡੈਫੀਨੇਸ਼ਨ ਫੇਰ ਤੋਂ ਮੈਂ ਰਿਪੀਟ ਕਰ ਰਿਹਾ ਨਾਰਮਲ ਐਕਸਟੈਂਸ਼ਨ ਇੱਕ ਇਹੋ ਜਿਹੀ ਅਲਜੈਬਰਿਕ ਐਕਸਟੈਂਸ਼ਨ ਹੁੰਦੀ ਹੈ ਜਿਸ ਦੇ ਵਿੱਚ ਅਗਰ ਅਸੀਂ ਗੱਲ ਕਰ ਰਹੇ ਹਾਂ k ਨਾਰਮਲ ਐਕਸਟੈਂਸ਼ਨ ਹੈ ਓਵਰ f ਠੀਕ ਹੈ ਤਾਂ ਫਸਟਲੀ k ਅਲਜੈਬਰਿਕ ਐਕਸਟੈਂਸ਼ਨ ਹੋਏਗਾ और फिर की होएगा जिन्नियां भी इररेड्यूसिबल पॉलीनोमियल्स ओवर f हैगियां ने और उन्हां दा ਜਿਹੜੀਆਂ ਵੀ ਇਰਰੀਡਿਊਸਿਬਲ ਪੋਲੀਨੋਮੀਅਲਸ ਓਵਰ f ਹੈ ਔਰ ਉਹਨਾਂ ਦਾ ਇੱਕ ਰੂਟ ਅਗਰ k ਦੇ ਵਿੱਚ ਆ ਗਿਆ ਤਾਂ ਸਾਰੇ ਦੇ ਸਾਰੇ ਰੂਟਸ ਵੀ ਕਿਹਦੇ ਵਿੱਚ ਆਉਣੇ ਚਾਹੀਦੇ ਫਿਰ k ਦੇ ਵਿੱਚ ਜੇ ਇੱਕ ਵੀ ਰੂਟ k ਚ ਹੈ ਤਾਂ ਸਾਰੇ ਰੂਟਸ k ਦੇ ਵਿੱਚ ਹੋਣੇ ਚਾਹੀਦੇ then we say that k is a normal extension of f ਜਾਂ in other words you can say that ਅਸੀਂ k ਦੇ ਵਿੱਚੋਂ ਹਰੇਕ ਐਲੀਮੈਂਟ ਨੂੰ ਚੈੱਕ ਕਰੀਏ और उस एलिमेंट की ਅਸੀਂ ਬਣਾਈਏ मिनिमल पॉलीनोमियल और उस मिनिमल पॉलीनोमियल ਦੇ रूट्स ਸਾਰੇ ਦੇ ਸਾਰੇ अगर k ਦੇ ਵਿੱਚ ਹੈਗੇ ਨੇ then we say that k is a normal extension of f ਇਹ ਅਸੀਂ ਡਿਸਕਸ ਕੀਤਾ ਸੀ ਔਰ ਇਹਦੀਆਂ ਕੁਝ ਐਗਜ਼ਾਮਪਲਸ ਵੀ ਲਾਸਟ ਲੈਕਚਰ 'ਚ ਡਿਸਕਸ ਹੋਈਆਂ ਸੀ ਕੰਪਲੈਕਸ ਨੰਬਰਸ ਦਾ ਜਿਹੜਾ ਫੀਲਡ ਹੈ ਇਟ ਇਜ਼ ਅ ਨਾਰਮਲ ਐਕਸਟੈਂਸ਼ਨ ਆਫ r ਤੁਸੀਂ ਕੋਈ ਵੀ ਆਰਬਿਟਰੀ ਕੰਪਲੈਕਸ ਨੰਬਰ ਲਓ ਉਹਦੀ ਮਿਨੀਮਲ ਪੋਲੀਨੋਮੀਅਲ ਬਣਾਓ ਠੀਕ ਹੈ ਉਹ ਡਿਗਰੀ 2 ਦੀ ਤੁਹਾਡੇ ਕੋਲ ਬਣੇਗੀ ਆਬਵੀਅਸਲੀ ਇਫ ਯੂ ਟੇਕ a plus iota b then you can take x equal to a plus iota b x minus a is equal to iota b squaring both sides it will be a polynomial of degree 2 and one of its root is a plus iota b and obviously the other root will be a minus iota because the complex roots always occur in conjugate base so c ਦੇ ਵਿੱਚ ਅਗਰ ਇੱਕ ਰੂਟ ਸੀਗਾ ਉਸ ਐਲੀਮੈਂਟ ਨੂੰ ਲੈ ਕੇ ਚੱਲੇ ਅਲਫਾ ਨੂੰ ਅਸੀਂ c ਦੇ ਵਿੱਚੋਂ ਜਿਹੜਾ a plus iota b ਲਿਖਤਾ ਸੀ ਤਾਂ ਉਸ ਦਾ ਇੱਕ ਰੂਟ ਜਿਹੜਾ ਸੀ ਉਹ ਤਾਂ c ਦੇ ਵਿੱਚ ਹੈ ਹੀ ਗਿਆ ਸੀ ਤੇ ਦੂਸਰਾ a minus iota ਵੀ ਆਬਵੀਅਸਲੀ ਹੋਗੀ c ਦੇ ਵਿੱਚ ਸੋ c is a normal extension ਇਹ ਵੀ ਡਿਸਕਸ ਕੀਤਾ ਸੀ r is not a normal extension ਕਿਉਂਕਿ ਕਾ ਪੋਲੀਨੋਮੀਅਲ ਹੈ x³ - 2 ਇਹਦਾ ਇੱਕ ਰੂਟ 2 ਦੀ ਪਾਵਰ 1/3 ਉਹ ਤਾਂ r ਦੇ ਵਿੱਚ ਹੈਗਾ ਬਟ ਬਾਕੀ ਦੋਵੇਂ ਰੂਟਸ ਇਹਦੇ ਇਮੇਜਿਨਰੀ ਹੈ 2 1/3 ਓਮੇਗਾ 2 1/3 ਓਮੇਗਾ ਸਕੁਅਰ ਉਹ r ਦੇ ਵਿੱਚ ਨਹੀਂ ਹੈ ਤਾਂ ਇਹ ਕੰਡੀਸ਼ਨ ਤੁਹਾਡੀ ਵਾਇਓਲੇਟ ਹੋਗੀ ਇਰਰੀਡਿਊਸਿਬਲ ਦਾ ਇੱਕ ਰੂਟ ਤਾਂ r ਦੇ ਵਿੱਚ ਆਇਆ ਬਟ ਸਾਰੇ ਰੂਟਸ r ਦੇ ਵਿੱਚ ਨਹੀਂ ਆਏ ਤੇ ਕੰਡੀਸ਼ਨ ਇਹੀ ਕਹਿੰਦੀ ਸੀ ਅਗਰ ਇੱਕ ਰੂਟ r ਚ ਹੈ ਤਾਂ ਬਾਕੀ ਵੀ ਹੋਣੇ ਚਾਹੀਦੇ ਤੇ ਸਿਮਿਲਰਲੀ ਇਹਦੇ ਬਾਰੇ ਡਿਸਕਸ ਹੋਇਆ ਸੀ ਅਲਫਾ ਦੀ ਅਗਰ ਇਹ ਵਾਲੀ ਵੈਲਿਊ ਲੈ ਲਈਏ ਤਾਂ ਇਸ ਦੀ ਮਿਨੀਮਲ ਪੋਲੀਨੋਮੀਅਲ ਜਿਹੜੀ ਹੈ ਉਹ ਆਪਣੇ ਕੋਲ ਆ ਬਣੇਗੀ x4 + 1 और इसके अदर रूट्स की होंगे एक तो अल्फा हो गया एक अल्फा बार फिर होएगा अल्फा क्यूब एंड अल्फा क्यूब दा बार यानी अल्फा क्यूब दा कंजुगेट तो ऑब्वियसली जे अल्फा ਅਸੀਂ क्यू ਦੇ ਵਿੱਚ ਐਡਜੈਂਟ ਕਰ ਲਿਆ ਤਾਂ अल्फा बार अल्फा क्यूब और अल्फा क्यूब ਦਾ ਬਾਰ ਉਹ ਵੀ क्यू अल्फा ਦੇ ਵਿੱਚ ਆ ਗਿਆ ਆਟੋਮੈਟਿਕ ਸੋ क्यू अल्फा ਜਿਹੜਾ ਹੈ ਇਹ ਜਿਹੜਾ ਐਲੀਮੈਂਟ ਅਸੀਂ ਅਲਫਾ ਲਿਖਤਾ ਉਹਦੀ ਪੋਲੀਨੋਮੀਅਲ ਬਣਾਈ ਉਹਦਾ ਇੱਕ ਰੂਟ ਅਗਰ क्यू अल्फा ਚ ਸੀ ਤਾਂ ਬਾਕੀ ਵੀ ਰੂਟਸ क्यू अल्फा ਚ ਹੈ ਤੇ क्यू अल्फा ਇਜ਼ ਆਲਸੋ ਅ ਨਾਰਮਲ ਐਕਸਟੈਂਸ਼ਨ ठीक है तो ये नॉर्मल एक्सटेंशन ਦਾ बेसिक ਸੀਗਾ ਜੋ ਪਿਛਲੇ ਲੈਕਚਰ ਦੇ ਵਿੱਚ ਡਿਟੇਲ ਚ ਡਿਸਕਸ ਸੋ ਅੱਜ ਦੇ ਲੈਕਚਰ ਦਾ ਜਿਹੜਾ ਟੌਪਿਕ ਹੈ ਪਹਿਲਾ ਉਹ ਹੈ ਸਪਲਿਟਿੰਗ ਫੀਲਡ ਆਫ ਦਾ ਫੈਮਿਲੀ ਆਫ ਪੋਲੀਨੋਮੀਅਲਸ ਸਾਡੇ ਕੋਲ ਫੈਮਿਲੀ ਆਫ ਪੋਲੀਨੋਮੀਅਲਸ ਹੈ ਉਹਦਾ ਸਪਲਿਟਿੰਗ ਫੀਲਡ ਕਿਵੇਂ ਕੰਸਟਰਕਟ ਕਰਨਾ ਹੈ ਉਹਦੇ ਬਾਰੇ ਪਹਿਲਾਂ ਗੱਲ ਕਰਾਂਗੇ ਫਿਰ ਇਹਦੇ ਬੇਸਡ ਅਸੀਂ ਇੱਕ ਰਿਜ਼ਲਟ ਪ੍ਰੂਫ ਕਰਾਂਗੇ ਜਿਹੜੀ ਅਸੀਂ ਕੱਲ ਨਾਰਮਲ ਐਕਸਟੈਂਸ਼ਨ ਦੀ ਡੈਫੀਨੇਸ਼ਨ ਸਟੱਡੀ ਕੀਤੀ ਹੈ ਤਾਂ ਉਹਦੇ ਇਕੁਇਵਲੈਂਟ ਕੁਝ ਕੰਡੀਸ਼ਨਸ ਹੋਣਗੀਆਂ ਫਿਰ ਉਹ ਅਸੀਂ 1 ਬਾਈ 1 ਅੱਜ ਦੇ ਲੈਕਚਰ ਦੇ ਵਿੱਚ ਉਹ ਪ੍ਰੂਫ ਕਰਾਂਗੇ ਸੋ ਫਸਟਲੀ ਉਹਦੇ ਲਈ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਸਪਲਿਟਿੰਗ ਫੀਲਡ ਆਫ ਦਾ ਫੈਮਿਲੀ ਆਫ ਪੋਲੀਨੋਮੀਅਲਸ ਕੀ ਹੁੰਦਾ ਹੈ ਅਸੀਂ ਇੱਕ ਸਿੰਗਲ ਪੋਲੀਨੋਮੀਅਲ ਦੀ ਜਿਹੜੀ ਸਪਲਿਟਿੰਗ ਫੀਲਡ ਹੈ ਉਹਦੇ ਬਾਰੇ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਹੁਣ ਫੈਮਿਲੀ ਆਫ ਪੋਲੀਨੋਮੀਅਲਸ ਦੀ ਸਪਲਿਟਿੰਗ ਸਪੋਜ਼ ਦਿਸ ਇਜ਼ ਅ family of polynomials of degree greater than or equal to 1 fix I belonging to lambda lambda is the index set ये कोई ਸਾਡੇ ਕੋਲ arbitrary family है polynomials ਦੀ और हर एक polynomial उरे degree greater than or equal to 1 है that means non constant polynomials constant polynomials ਅਸੀਂ ਉਰੇ ਨਹੀਂ ਲੈਣੇ हैं so it is a collection of non constant polynomials over a field f और ਸਾਰੀਆਂ ਦੇ ਸਾਰੀਆਂ polynomials ਇੱਕੋ ਹੀ field ਦੇ over ਹੈ that means ਸਾਰੀਆਂ ਦੇ ਕੋਐਫੀਸ਼ੀਐਂਟਸ ਇੱਕੋ ਹੀ ਫੀਲਡ f ਦੇ ਵਿੱਚ ਹੈਗੇ ਤੇ ਹੁਣ ਅਸੀਂ ਇਸ ਫੈਮਿਲੀ ਦੀ ਸਪਲਿਟਿੰਗ ਫੀਲਡ ਬਾਰੇ ਗੱਲ ਕਰਨੀ ਹੈ by a splitting field of a family fix of polynomials we mean an extension e of f such that every fix splits into linear factors in ex and e is generated over f by all the roots of the polynomials fix I belonging to lambda that means ਕਿ ਜਿਵੇਂ ਅਸੀਂ ਇੱਕ ਸਿੰਗਲ ਪੋਲੀਨੋਮੀਅਲ ਦੀ ਸਪਲਿਟਿੰਗ ਫੀਲਡ ਬਣਾਉਂਦੇ ਸੀਗੇ ਉਹੀ ਸਾਰਾ ਕੰਮ ਉਰੇ ਵੀ ਕਰਨਾ ਹੈ ਬਸ ਉੱਥੇ ਇੱਕ ਪੋਲੀਨੋਮੀਅਲ ਸੀਗੀ ਉਹਦੇ ਰੂਟਸ ਅਸੀਂ ਫਾਈਂਡ ਕਰਦੇ ਸੀ ਔਰ ਉਹ ਸਾਰੇ ਰੂਟਸ ਆਪਾਂ f ਦੇ ਵਿੱਚ ਐਡਜੰਕਟ ਕਰ ਦਿੰਦੇ ਸੀਗੇ ਤਾਂ ਉਹ ਜਿਹੜੀ ਐਕਸਟੈਂਸ਼ਨ ਬਣਦੀ ਸੀ that is called the splitting ਉਰੇ ਬਸ ਡਿਫਰੈਂਸ ਇਹੀ ਹੈ ਉੱਥੇ ਇੱਕ ਪੋਲੀਨੋਮੀਅਲ ਸੀ ਉਰੇ ਆਪਣੇ ਕੋਲ ਕਈ ਪੋਲੀਨੋਮੀਅਲਸ ਅਸੀਂ ਕੀ ਕਰਾਂਗੇ ਇਹ ਸਾਰੀਆਂ ਪੋਲੀਨੋਮੀਅਲਸ ਦੇ ਰੂਟਸ ਜਿਹੜੇ ਹੈਗੇ ਨੇ ਉਹ f ਦੇ ਵਿੱਚ ਐਡਜੰਕਟ ਕਰਕੇ ਜਿਹੜੀ ਫੀਲਡ ਬਣੇਗੀ that will be called the splitting field of the family of polynomials बस जनरलाइज ਕੀਤਾ ਇੱਕ ਤਰ੍ਹਾਂ ਤੁਸੀਂ ਇਹ ਕਹਿ ਸਕਦੇ ਹੋ splitting field ਦੀ ਡੈਫੀਨੇਸ਼ਨ
ਸਪਲਿਟਿੰਗ ਫੀਲਡ ਦੀ ਡੈਫੀਨੇਸ਼ਨ ਚ ਇੱਕੋ ਹੀ ਪੋਲੀਨੋਮੀਅਲ ਸੀ, ਉਹਦੇ ਰੂਟਸ ਤੋਂ ਜਨਰੇਟ ਕਰਕੇ ਜਿਹੜੀ ਫੀਲਡ ਬਣਦੀ ਸੀਗੀ that is called the splitting field। पूरे अपने को family of polynomials है, जिन्नियां भी polynomials हैं उन्हें सारियां दे roots को generate करके जेडी field बनेगी that will be called the splitting field। आ लिखा हैगा every fix split into linear factors in ex, that means हर एक fi दे roots जेडे हैं वो e दे विच होण, ते दूसरी गल e generated over f by all the roots of the polynomials, और e किवें बनया होगे इना polynomials दे roots को generate। ਤੇ ਜੇ ਮੰਨ ਲਓ ਇਹ ਵਾਲਾ ਜਿਹੜਾ ਲੈਮਡਾ ਸਾਡਾ ਇੰਡੈਕਸ ਸੀਗਾ ਅਗਰ ਇਹ ਫਾਈਨਾਈਟ ਹੋ ਗਿਆ ਤਾਂ ਫਾਈਨਾਈਟ ਹੈ, ਸਪੋਜ਼ ਇਸ ਦੇ ਵਿੱਚ n ਨੰਬਰ ਆਫ ਪੋਲੀਨੋਮੀਅਲਸ ਹੈ, ਆਵਰ ਪੋਲੀਨੋਮੀਅਲਸ ਆਰ f1x f2x so on fnx, ਦੈਨ ਫਿਰ ਅਸੀਂ ਕੀ ਕਰਨਾ ਹੈਗਾ, ਕਿਉਂਕਿ ਜੇ ਫਾਈਨਾਈਟਲੀ ਮੈਨੀ ਹੈ ਤਾਂ ਉਹਨਾਂ ਸਾਰਿਆਂ ਨੂੰ ਮਲਟੀਪਲਾਈ ਕਰਕੇ ਇੱਕ ਸਿੰਗਲ ਪੋਲੀਨੋਮੀਅਲ ਅਸੀਂ ਬਣਾ ਸਕਦੇ। ਜੇ ਤਾਂ ਲੈਮਡਾ ਇਨਫਾਈਨਾਈਟ ਸੈਟ ਹੋਇਆ ਫਿਰ ਇਹ ਚੀਜ਼ ਪੋਸੀਬਲ ਨਹੀਂ ਨਾ ਹੈਗੀ, ਕਿਉਂਕਿ ਸਾਰੀਆਂ ਪੋਲੀਨੋਮੀਅਲਸ ਨਹੀਂ ਸਾਨੂੰ ਪਤਾ ਹੋਣਗੀਆਂ, ਇਨਫਾਈਨਾਈਟ ਕਲੈਕਸ਼ਨ ਹੋਊਗੀ। ਤਾਂ ਉਰੇ ਆਪਣੇ ਕੋਲ ਜਿਹੜੀ ਕਲੈਕਸ਼ਨ ਅਗਰ ਫਾਈਨਾਈਟ ਹੈ ਤਾਂ 2 5 10 20 50 ਕਿੰਨੀਆਂ ਵੀ ਪੋਲੀਨੋਮੀਅਲਸ ਹੋਣਗੀਆਂ ਉਹਨਾਂ ਸਾਰੀਆਂ ਨੂੰ ਅਸੀਂ ਮਲਟੀਪਲਾਈ ਕਰਕੇ ਇੱਕ ਸਿੰਗਲ ਪੋਲੀਨੋਮੀਅਲ ਦੇ ਵਿੱਚ ਰਿਡਿਊਸ ਕਰ ਲਾਂਗੇ, that is fx। ਫਿਰ ਅਸੀਂ ਇਸ fx ਦੀ ਸਪਲਿਟਿੰਗ ਫੀਲਡ ਜਿਹੜੀ ਹੈ ਕੰਸਟਰਕਟ ਕਰ, then their splitting field is a splitting field of the single polynomial fx। ਤਾਂ ਸਾਡੇ ਇੱਥੇ ਫਿਰ ਉਹੀ ਡੈਫੀਨੇਸ਼ਨ ਐਪਲੀਕੇਬਲ ਹੋ ਜਾਏਗੀ ਜੋ ਇੱਕ ਸਿੰਗਲ ਫੀਲਡ ਵਾਸਤੇ ਅਸੀਂ ਪੜ੍ਹੀ ਸੀ। ਤਾਂ ਇਸ ਤਰ੍ਹਾਂ ਤੁਸੀਂ ਫੈਮਿਲੀ ਆਫ ਪੋਲੀਨੋਮੀਅਲਸ ਦਾ ਸਪਲਿਟਿੰਗ ਫੀਲਡ ਜਿਹੜਾ ਹੈ ਉਹ ਡਿਫਾਈਨ ਕਰ ਸਕਦੇ। The theorem 2.1, and this is a very very important theorem। This theorem provides us the equivalent conditions for the definition of normal extension। Normal extension ਦੀ definition ਅਸੀਂ previous lecture ਦੇ ਵਿੱਚ study ਕੀਤੀ ਹੈ detail ਦੇ ਵਿੱਚ, but ਉਸ definition ਦੇ equivalent ਹੋਰ ਕੀ ਹੋ ਸਕਦਾ ਹੈ ਜੇ ਮੰਨ ਲਓ ਕਿਸੇ extension ਨੂੰ ਅਸੀਂ normal extension prove ਕਰਨਾ ਹੋਵੇ ਤਾਂ ਇੱਕ ਤਾਂ ਉਹ basic definition ਸਾਡੇ ਕੋਲ ਹੈ ਹੀ ਕੀ ਹੈ, but अगर साडे कोल जिहड़ियां बाकी कंडीशंस उरे मैं तुहानू शो करूंगा अगर वो भी ਅਸੀਂ वेरीफाई कर लिए then it is again a normal extension। We are proving in this theorem that the definition of normal extension is equivalent to other two conditions also। So the first condition, which is the definition of normal extension, every irreducible polynomial in fx that has a root in e splits into linear factors in e। ठीक है, ਤੇ e ਸਾਨੂੰ given है क्वेश्चन ਦੇ ਵਿੱਚ algebraic extension, because normal extension ਦੇ ਲਈ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ one ਜਿਹੜੀ ਕੰਡੀਸ਼ਨ ਹੈ ਜਿਹੜੀ ਸਾਨੂੰ ਲੈ ਕੇ ਚੱਲਣੀ ਹੈ that is the algebraic extension। So e is a algebraic extension contained in an algebraic closure f bar of f। ਤਾਂ algebraic closure ਦੇ ਵਿੱਚ ਤਾਂ ਸਾਰੇ algebraic elements ਹੁੰਦੇ ਆ ਨਾ, ਤਾਂ obviously ਅਗਰ e algebraic extension ਹੈ ਤਾਂ ਇਹ algebraic closure f bar ਦੇ ਵਿੱਚ contained ਹੋਏਗਾ। Then we have to prove the following conditions are equivalent, out of which the first condition is the definition of normal extension। That means you can say in the first condition he simply says E is a normal extension, and we have to prove it equivalent to the second condition and the third condition। The second condition is E is the splitting field of a family of polynomials in fx। That means we have to prove that this E, which is a normal extension, is also a splitting field of the family of polynomials। And the number 3 condition is every embedding sigma of E in f bar that keeps each element of f fix maps E onto E। और जेकर कोई ऐसी embedding है जेडी E तो लेके किथे तक डिजाइन हुई है f bar तक, the embedding which is designed from E to f bar, then that embedding keeping elements of f fixed, एक तो है embedding है और दूसरा f ਦੇ elements ਨੂੰ fix करता है, यानी कि f ਦੇ elements में change नहीं करता, sigma a is equal to a for every a belonging to f। तो ऐसा मैप up to e तक onto होएगा, क्योंकि इधर अपने कोल जेड़ा हैगा डोमेन e given है, इधर साडे कोल डोमेन हैगा f सॉरी जेड़ा कोडोमेन है वो f bar है, ਤੇ ਅਸੀਂ ਪਹਿਲਾਂ ਹੀ ਕਿਹਾ e ਜਿਹੜਾ ਹੈ f bar ਦੇ ਵਿੱਚ ਕੰਟੇਨਡ ਹੈ, ਤੇ ਮੈਪ ਜਿਹੜਾ ਹੈ ਉਹ ਸਿਗਮਾ e ਤੋਂ ਲੈ ਕੇ f bar ਤੱਕ ਬਣਾਉਣਾ ਹੈਗਾ ਸੀ। ਤੇ ਪ੍ਰੂਵ ਇਹੀ ਕਰਨਾ ਹੈ ਕਿ ਇਸ e ਦੀਆਂ ਇਮੇजेस e ਦੇ ਵਿੱਚ ਹੀ ਜਾ ਰਹੀਆਂ ਨੇ, e ਤੋਂ ਬਾਹਰ ਨਹੀਂ ਜਾ ਰਹੀਆਂ। ਇਹ ਵੀ ਤਾਂ ਹੋ ਸਕਦਾ ਸੀ ਨਾ ਇਸ ਤੋਂ ਬਾਹਰ ਚਲੀ ਜਾਣ, ਇਹ ਚੀਜ਼ ਨਹੀਂ ਹੈ, ਇਸ ਦੀਆਂ ਸਾਰੀਆਂ ਇਮੇजेस e ਦੇ ਵਿੱਚ ਜਾ ਰਹੀਆਂ ਐਂਡ ਵਾਈਸ ਵਰਸਾ ਇਜ਼ ਆਲਸੋ। ਇਹ ਇਧਰੋਂ ਦੀ ਕੋਈ ਜੇ ਅਸੀਂ ਐਲੀਮੈਂਟ ਲਵਾਂਗੇ ਉਹ ਵਾਪਸ e ਦੇ ਵਿੱਚ ਹੀ ਮੈਪ ਹੁੰਦਾ। That means we have to prove sigma maps e onto e। So we have to prove these three conditions are equivalent to each other, and if we can prove that these three are equivalent, that means you will got this second and third and alternate definition of the normal extension, because it is equivalent to condition 1 and condition 1 says E is a normal extension। So firstly we shall prove 1 implies 2। So 1 implies 2, 1 means an irreducible that has a root in E splits into linear factors in, and we have to prove that
E is a splitting field of the family. So एक family of polynomials construct करके दिखानी है जिसका E splitting field. So let us start from taking a element alpha belonging to E. Alpha सी E ਦੇ ਵਿੱਚੋਂ element ਲਿੱਤਾ और E क्योंकि algebraic extension है F ਦੀ, ਇਸੇ ਕਰਕੇ ਫਿਰ ਕੀ ਹੋ ਗਿਆ ਜਿਹੜਾ P ਜਿਹੜਾ ਇਹ alpha ਹੈਗਾ ਇਹ algebraic element ਹੋਏਗਾ over F ਤਾਂ ਇਹਦੀ ਕੋਈ ਨਾ ਕੋਈ minimal polynomial ਵੀ ਹੋਏਗੀ. Let us suppose the minimal polynomial is P alpha x. P ਦੇ suffix ਦੇ ਵਿੱਚ alpha ਲਿਖਿਆ ਹੈਗਾ to distinguish that this polynomial is considered for which element. ਅਸੀਂ alpha ਲਈ consider ਕੀਤੀ ਹੈ ਤਾਂ alpha ਦੇ suffix ਚ ਲਿਖ ਦਿੱਤਾ ताकि सानू बाद में पता लगता रहे केड़े एलिमेंट ਲਈ केड़ी polynomial है. So let P alpha x be its minimal polynomial over F. तो minimal polynomial है ਇਹਦਾ मतलब irreducible polynomial है और ਇਹਦਾ ਇੱਕ रूट P alpha ਦਾ ਇੱਕ रूट ਕਿਹੜਾ ਹੈਗਾ alpha ਉਹ ਕਿਹਦੇ ਵਿੱਚ ਹੈ E ਦੇ ਵਿੱਚ. So one condition says if a irreducible polynomial has a root in E, अगर ਇੱਕ रूट E ਦੇ ਵਿੱਚ ਹੈ ਤਾਂ ਉਹ polynomial E ਦੇ ਵਿੱਚ linear factors ਦੇ ਵਿੱਚ split ਹੋ ਜਾਊਗਾ. So that's why we can say by 1 P alpha x splits into linear factors in E. ਤਾਂ ਇਹਦਾ ਮਤਲਬ E ਜਿਹੜਾ ਹੈਗਾ ਉਹ P alpha ਜਿਹੜਾ P alpha x ਹੈਗਾ ਉਹ E ਦੇ ਵਿੱਚ linear factors ਦੇ ਵਿੱਚ split ਹੋ ਗਿਆ. ਮੀਨ ਸਾਰੇ ਦੇ ਸਾਰੇ roots P alpha x ਦੇ E ਦੇ ਵਿੱਚ ਆ ਗਏ ਹੈਗੇ ਤੇ ਜੇ ਸਾਰੇ roots E ਦੇ ਵਿੱਚ ਆ ਗਏ ਹੈਗੇ ਤਾਂ ਇਹਦਾ ਮਤਲਬ ਕੀ ਹੋਇਆ ਹੁਣ ਅਸੀਂ ਆ ਫੈਮਿਲੀ ਬਣਾ ਲਈ P alpha x. ਜਿਵੇਂ ਅਸੀਂ ਇੱਕ alpha arbitrary element ਚੂਜ਼ ਕੀਤਾ ਸੀਗਾ E ਦੇ ਵਿੱਚੋਂ ਤੇ ਉਹਦੇ corresponding polynomial ਆ ਗਈ P alpha x. ਹੁਣ ਇਸੇ ਤਰ੍ਹਾਂ ਅਸੀਂ ਕੋਈ ਦੂਸਰਾ ਐਲੀਮੈਂਟ ਜੇ ਚੂਜ਼ ਕਰ ਲਈਏ ਬੀਟਾ ਬਿਲੋਂਗਿੰਗ ਟੂ E ਉਹਦੇ ਕੋਰਸਪੋਂਡਿੰਗ ਪੋਲੀਨੋਮੀਅਲ ਆ ਗਈ P ਬੀਟਾ x. ਇਹਦੇ ਵੀ ਸਾਰੇ ਰੂਟਸ ਕਿਹਦੇ ਵਿੱਚ ਹੈ E ਦੇ ਵਿੱਚ, ਇਹਦੇ ਵੀ ਸਾਰੇ ਰੂਟਸ ਕਿਹਦੇ ਵਿੱਚ ਹੈ E ਦੇ ਵਿੱਚ, ਠੀਕ ਹੈ. ਔਰ ਇਸੇ ਤਰ੍ਹਾਂ ਕੋਈ ਤੀਸਰਾ ਸਪੋਜ਼ ਗਾਮਾ ਲੈ ਲਿਆ ਤਾਂ ਉਹਦੀ ਪੋਲੀਨੋਮੀਅਲ ਹੋਗੀ P ਗਾਮਾ x. ਇਹਦੇ ਵੀ ਸਾਰੇ ਰੂਟਸ ਕਿਹਦੇ ਵਿੱਚ ਹੈ E ਦੇ ਵਿੱਚ. ਤਾਂ ਇਟ ਮੀਨਸ E ਜਿਹੜਾ ਹੈਗਾ ਉਹ ਇਹਨਾਂ ਸਾਰੀ ਪੋਲੀਨੋਮੀਅਲਸ ਦੇ ਰੂਟਸ ਨੂੰ ਕੰਟੇਨ ਕਰ ਰਿਹਾ ਐਂਡ ਇਹ ਕਿੰਨੀਆਂ ਹੋਣਗੀਆਂ ਇਨਫਾਈਨਾਈਟਲੀ ਮੈਨੀ ਵੀ ਹੋ ਸਕਦੀਆਂ ਨੇ क्योंकि ਅਸੀਂ ਇੱਕ ਇੱਕ ਐਲੀਮੈਂਟ E ਦੇ ਵਿੱਚੋਂ ਚੂਜ਼ ਕਰੀ ਜਾਂਦੇ ਆ ਉਹਦੀ ਪੋਲੀਨੋਮੀਅਲ ਲਈ ਜਾਂਦੇ ਆ ਔਰ ਕਹੀ ਜਾਂਦੇ ਆ ਉਹਦੇ ਰੂਟਸ E ਦੇ ਵਿੱਚ ਹੈ ਤੇ ਆ ਜਿਹੜੇ ਰੂਟਸ ਹੈ ਇਹ ਪੋਲੀਨੋਮੀਅਲਸ ਨੇ ਤਾਂ ਆਬਵੀਅਸਲੀ ਜੇ ਸਾਰੇ ਅਸੀਂ E ਦੇ ਅਕੋਰਡਿੰਗ ਹੀ ਚੂਜ਼ ਕਰਦੇ ਪਏ ਆ ਤਾਂ ਦੈਟ ਮੀਨਸ E ਇਹਨਾਂ ਰੂਟਸ ਤੋਂ ਹੀ ਜਨਰੇਟ ਹੋ ਰਿਹਾ ਹੈ. ਤਾਂ ਇਟ ਮੀਨਸ ਆ ਫੈਮਿਲੀ ਸਾਡੇ ਕੋਲ ਕੰਸਟਰਕਟ ਹੋਗੀ P alpha x P beta x P gamma x so on ਜਿੰਨੀਆਂ ਵੀ ਹੋਣਗੀ. ਤਾਂ ਇਸ ਨੂੰ ਅਸੀਂ ਇਨ ਸ਼ਾਰਟ ਕਰਕੇ ਐਵੇਂ ਲਿਖ ਦਿੱਤਾ P alpha x such that alpha belonging to E और E ਇਹਦਾ मतलब ਕੀ ਹੈ ਇਸ ਫੈਮਿਲੀ ਦਾ ਸਪਲਿਟਿੰਗ ਫੀਲਡ. ਹੈਂਸ ਜਿਹੜੀ ਸੈਕੰਡ ਕੰਡੀਸ਼ਨ ਹੈ ਉਹ ਸਾਡੀ ਵੈਰੀਫਾਈ ਹੋ ਗਈ. Now second implies third. Second implies third means we are given that E is a splitting field of the family of polynomials. So I have chosen the family of polynomials Fix where I belongs to lambda. Be a family of polynomials of which E is the splitting field. And we have now to prove that such a embedding sigma E to F bar which is a identity on F that keeps each element of F fixed. इस embedding ਨੂੰ ਅਸੀਂ prove ਕਰਕੇ ਦੇਣਾ ਹੈ ਕਿ up to E तक onto है. This thing we have to prove. So we have considered an embedding sigma from E to F bar that is identity on F. ਤੇ ਇੱਕ ਇਹ ਵਾਲੀ ਜਿਹੜੀ ਕੈਲਕੂਲੇਸ਼ਨ ਹੈਗੀ ਆ ਇਹ ਨੈਕਸਟ ਸਟੈਪ ਦੇ ਵਿੱਚ ਅਸੀਂ ਯੂਜ਼ ਕਰਨੀ ਕੀ ਕੈਲਕੂਲੇਸ਼ਨ ਹੈ firstly I am explaining it. Fix ਜਿਹੜੀਆਂ ਇਹ ਪੋਲੀਨੋਮੀਅਲਸ ਦੀ ਕਲੈਕਸ਼ਨ ਸੀਗੀ ਇਹਨਾਂ ਵਿੱਚੋਂ ਕੋਈ ਇੱਕ ਪੋਲੀਨੋਮੀਅਲ ਮੈਂ ਚੂਜ਼ ਕਰ ਲਈ Fix ਦੇ ਵਿੱਚੋਂ ਕੋਈ ਇੱਕ ਪੋਲੀਨੋਮੀਅਲ ਠੀਕ ਹੈ ਇਸ ਕਲੈਕਸ਼ਨ ਚੋਂ and let us suppose its representation is this b0 b1x b2x square so on bn xn ਤੇ ਇਸ ਦੇ corresponding fi sigma x ਪੋਲੀਨੋਮੀਅਲ ਬਣਾਈ fi sigma x ਕਿਵੇਂ ਬਣਾਈ ਦੀ ਹੈ ਜਸਟ ਜਿਹੜੇ ਕੋਐਫੀਸ਼ੀਐਂਟਸ ਹੁੰਦੇ ਆ ਉਹਨਾਂ ਉੱਪਰ ਅਸੀਂ ਸਿਗਮਾ ਅਪਲਾਈ ਕਰ ਦਿੰਦੇ ਆ ਬਟ ਇਹ ਕੋਐਫੀਸ਼ੀਐਂਟਸ b0 b1 b2 bn ਇਹ ਸਾਰੇ ਤਾਂ f ਦੇ ਮੈਂਬਰ ਸੀਗੇ और सिग्मा f ਦੇ ਮੈਂਬਰਸ ਨੂੰ ਫਿਕਸ ਕਰਦਾ ਹੈ so that's why sigma b0 b0 ਦੇ ਇਕੁਅਲ ਆ ਗਿਆ sigma b1 b1 sigma b2 b2 so on sigma bn bn ਤਾਂ that means ਇਹ ਵਾਪਸ ਸਾਡੇ ਕੋਲ fix ਹੀ ਬਣ ਗਿਆ fi sigma x ਕੋਈ ਨਵਾਂ ਪੋਲੀਨੋਮੀਅਲ ਨਹੀਂ ਆਇਆ ਬਟ ਹੁਣ ਅਸੀਂ ਇਸੇ fix ਨੂੰ ਦੁਬਾਰਾ ਤੋਂ ਲਿਖਦੇ ਹਾਂ ਬਟ ਇਸ ਵਾਰ ਇਹਨੂੰ ਲਿਖਾਂਗੇ in terms of the roots ਕਿ ਇਸ ਦੇ ਰੂਟਸ ਹੈ suppose a1 a2 so on an ਫੈਕਟਰਸ ਦੀ ਫਾਰਮ ਦੇ ਵਿੱਚ ਅਸੀਂ ਇਹਨੂੰ ਲਿਖ ਲਿਆ ਹੈ ਤਾਂ ਇਸ ਅਕੋਰਡਿੰਗ ਜਿਹੜਾ fi sigma ਹੈ ਉਹ ਸਾਡਾ ਕੀ ਬਣੂਗਾ the fi sigma will be x minus sigma a1 ठीक है जस्ट जो ਇਹਦੀ ਡੈਫੀਨੇਸ਼ਨ ਸੀ ਉਹਦੇ ਮੁਤਾਬਿਕ ਕਿ x ਦੇ ਉੱਪਰ ਕੋਈ ਸਿਗਮਾ ਨਹੀਂ ਅਪਲਾਈ ਹੋਣਾ ਸਿਗਮਾ ਜਿਨ੍ਹਾਂ ਤੇ ਅਪਲਾਈ ਹੋਣਾ ਜਸਟ ਕਾਂਸਟੈਂਟਸ ਦੇ ਉੱਪਰ ਤਾਂ ਸਿਗਮਾ a1 ਸਿਗਮਾ a2 so on sigma an ਬਟ fi sigma x ਕਿਉਂਕਿ fix ਦੇ ਬਰਾਬਰ ਸੀਗਾ ਤਾਂ ਇਸ ਕਰਕੇ ਇਧਰਲੀ ਸਾਈਡ ਹੁਣ fix ਦਾ ਐਕਸਪ੍ਰੈਸ਼ਨ ਲਿਖ ਲਿਆ ਤਾਂ that means ਆ ਦੋਵੇਂ ਐਕਸਪ੍ਰੈਸ਼ਨਸ ਜਿਹੜੇ ਹੈ ਇਕੁਅਲ ਹੋ ਇਹ ਤਾਂ ਲਿਖਿਆ ਗਿਆ ਮੈਂ ਇਹ ਨਹੀਂ ਕੀਤਾ ਕਿ ਸਿਗਮਾ a1 ਨੂੰ a1 ਲਿਖਤਾ no I have not do that I have do
I have done that कि ये जेड़ा fi sigma हैगा वो किदे बराबर है fix दे बराबर है, तो इस करके fix दा जेड़ा ये एक्सप्रेशन सी ओदे इक्वेट कीता। So we can say that कि जेड़े आ वाले रूट्स हैं इस दे अकॉर्डिंग है दैट सिग्मा a1 सिग्मा a2 सो ऑन सिग्मा an, ये वाले जेड़े रूट्स दी कलेक्शन है यही वाले रूट्स दे कलेक्शन दे बराबर हो। We are not saying sigma a1 is equal to a1 or sigma a2 equal to a2 and so on. We are just saying that the sets are equal. Whether sigma a1 will be equal to a3 or a5 we don't, but set wise they are equal, member wise they are equal, equal member दोवां दे विच जेड़े members हैं वो same हैगे। ਤਾਂ इथों की पता लगदा फिर इस कैलकुलेशन तो the result which we derived from this calculation that sigma must map a root of fix onto a root of fix। ਤਾਂ इथों ਦੀ ਇਹ ਗੱਲ ਪਤਾ ਲੱਗ ਰਹੀ ਹੈ क्योंकि ਤੁਸੀਂ देख सकते हो आ दोवें सेट्स बराबर हैं। हुणी मैं ਤੁਹਾਨੂੰ ਦੱਸਿਆ ਇਹਦਾ मतलब सिग्मा a1 ਕਿਸੇ ਨਾ ਕਿਸੇ ਇਧਰੋਂ a1 a2 a3 an ਕਿਸੇ ਦਾ ਵੀ ਬਰਾਬਰ ਹੋ ਸਕਦਾ ਹੈ। ਤਾਂ a1 ਵੀ ਪੋਲੀਨੋਮੀਅਲ ਦਾ ਰੂਟ ਸੀਗਾ, ਉਹਦੇ ਉੱਪਰ ਸਿਗਮਾ ਅਸੀਂ ਅਪਲਾਈ ਕੀਤਾ, ਇਹ ਕਿਸੇ ਨਾ ਕਿਸੇ ਇੱਧਰ aj ਦੇ ਬਰਾਬਰ ਆ ਗਿਆ। ਤਾਂ that means sigma maps a root of the polynomial onto the root of polynomial. Sigma must map a root of fix onto a root of fix. Now because E is the splitting field of family of polynomials, therefore E must be generated by all the roots of the polynomial fix। और सानू गिवन है सेकंड इंप्लाइज थर्ड क्वेश्चन ਅਸੀਂ सॉल्व कर रहे हैं। सेकंड कंडीशन सानू गिवन सी E is family of polynomials ਦਾ splitting field है, ਤਾਂ ਇਹਦਾ मतलब E ਜਿਹੜਾ ਹੈ ਇਹਨਾਂ polynomials ਦੇ roots ਤੋਂ generate ਹੋਇਆ ਹੋਏਗਾ। that's why we have written E is generated by all the roots of the polynomial fix। ਤਾਂ ਸਪੋਜ਼ ਕਰ ਲੈਨੇ ਆ ਜਿਵੇਂ ਆ ਕੁਝ ਰੂਟਸ ਹੈਗੇ ਨੇ ਇਹਨਾਂ ਪੋਲੀਨੋਮੀਅਲਸ ਦੇ ਜਿਹੜੀ ਆ ਕਲੈਕਸ਼ਨ ਸੀ, ਇਹਨਾਂ ਪੋਲੀਨੋਮੀਅਲਸ ਦੇ ਆ ਕੁਝ ਰੂਟਸ ਹੈ, ਮੈਂ ਕੁਝ ਪੂਰੇ ਸ਼ੋ ਕਰ ਦਿੱਤੇ ਬਾਕੀ ਸੋ ਔਨ ਕਰ ਦਿੱਤੇ। ਤਾਂ ਕੀ ਹੋਏਗਾ ਫਿਰ ਜੇ ਅਸੀਂ E ਦੇ ਉੱਪਰ ਸਿਗਮਾ ਅਪਲਾਈ ਕਰਦੇ ਹਾਂ, ਸਿਗਮਾ E that means sigma of f alpha beta gamma delta eta जो भी है सारा, then sigma ਦਾ ਜਿਹੜਾ ਇਫੈਕਟ ਹੈ f ਦੇ ਉੱਪਰ ਤਾਂ ਕੁਝ ਵੀ ਨਹੀਂ ਸੀਗਾ ਕਿਉਂਕਿ f ਦੇ ਉੱਪਰ ਆਇਡੈਂटिटी ਸੀਗਾ, ਤਾਂ f as it is ਰੱਖ ਦਿੱਤਾ ਸਿਗਮਾ ਨੇ, ਔਰ ਸਿਗਮਾ ਕਿਉਂਕਿ ਹੋਮੋਮੋਰਫਿਜ਼ਮ ਹੈ ਇਸੇ ਕਰਕੇ ਫਿਰ ਇਹ ਸਿਗਮਾ ਜਿਹੜਾ ਹੈ ਇਹਨਾਂ ਉੱਪਰ ਅਪਲਾਈ ਹੋ ਗਿਆ, ਸਿਗਮਾ ਅਲਫਾ ਸਿਗਮਾ ਬੀਟਾ ਸਿਗਮਾ ਗਾਮਾ ਐਂਡ ਸੋ ਔਨ। ਬਟ ਅਸੀਂ ਹੁਣੀ ਕੀ ਦੱਸਿਆ ਹੈਗਾ ਕਿ ਅਗਰ ਰੂਟਸ ਦੇ ਉੱਪਰ ਸਿਗਮਾ ਅਪਲਾਈ ਹੁੰਦਾ ਹੈ ਤਾਂ ਉਹ ਰੂਟਸ ਜਿਹੜੇ ਹੈਗੇ ਨੇ ਉਹ ਇੱਕ ਦੂਸਰੇ ਉੱਪਰ ਹੀ ਮੈਪ ਹੋ ਜਾਂਦੇ ਆ। ਤਾਂ ਹੋ ਸਕਦਾ ਹੈ ਸਿਗਮਾ ਅਲਫਾ ਦਾ ਆਨਸਰ ਕੋਈ ਆ ਵਾਲਾ ਸਾਈ ਆ ਗਿਆ ਹੋਵੇ, सिग्मा बीटा का आंसर हो सकता है गामा आ गया होगा, सिग्मा गामा का आंसर ईटा आ गया होगा। तो कहने का मतलब ये एक दूसरे ऊपर ही मैप होने हैं, तो इस करके ये वापस साडे कोल की बन जाएगा अल्फा बीटा गामा डेल्टा साई ईटा सो ऑन, ये साडे कोल ये कंस्ट्रक्ट हो जाऊगा। इथों हुन की इंप्लाई हुंदा है दैट इंप्लाइज सिग्मा मैप्स ई इनटू इटसेल्फ। तो ਇਹਦਾ मतलब सिग्मा ए ਤੁਸੀਂ देख सकते हो ई इनपुट किया और वापस साडे कोल आह ई ही बन गया है। So that implies sigma maps E into itself. Thus, by theorem 3.8 of chapter 15, केडी theorem की गल हो रही है, ये statement है E is an algebraic extension of F and let sigma E to E is an embedding of E into itself over F. ਤਾਂ ਇਸ ਥਿਊਰਮ ਦੇ ਵਿੱਚ ਕੀ ਸੀਗਾ ਕਿ ਜਿਹੜਾ ਸਿਗਮਾ ਮੈਪ ਹੈ ਅਗਰ ਉਹ E to E ਹੈ, ਪੂਰੇ ਵੀ ਤੁਸੀਂ ਦੇਖ ਸਕਦੇ ਹੋ ਸਿਗਮਾ ਮੈਪ ਸਾਡਾ E to E ਹੀ ਬਣ ਗਿਆ ਹੈਗਾ। given ਅਸੀਂ E to F ਬਾਰ ਲੈ ਕੇ ਚੱਲੇ ਸੀ, बट इस पॉइंट ने सानू की दसिया सिग्मा मैप्स E into itself, दैट मींस E तो E तक ही ये वाला मैप हैगा, F बार तक जाने की जरूरत नहीं हैगी, अप टू E तक ही जेडियां इमेजेस हैं वो साडियां बन रही हैं। मैं डायग्रामेटिकली भी एक्सप्लेन कर देना, ये E सीगा ये अपना F बार सीगा, तो इस तो सानू ये क्लियर हो गया कि E दियां इमेजेस E दे विच ही जा रही हैं, E तो बाहर ये नहीं जा रही। इस चीज ने सानू क्लियर कर दिता है। तो की आया सिग्मा मैप्स E into itself, और यही इस थ्योरम दे विच कंडीशन है कि सिग्मा जेड़ा मैप E to E होवे दैट मींस E into itself होवे और एम्बेडिंग होवे ओवर F। एम्बेडिंग ओवर F दा मतलब हुंदा सी कि F दे एलिमेंट्स नु फिक्स करे, तो असी भी जेड़ा आ वाला मैप लेके चले सी ये भी F दे एलिमेंट्स नु फिक्स करदा सी। दैन ये थ्योरम सानू की कहंदी है सिग्मा इज ऑनटू, तो एहो जा सिग्मा फिर ऑनटू ही होएगा, और यही सानू डिजायर्ड सीगा टू प्रूव द थर्ड पार्ट, सिग्मा इज ऑनटू एंड हेंस एन ऑटोमॉर्फिज्म। सो we have sigma is an automorphism of E onto E। तो इस तरह से सेकंड तो थर्ड इंप्लाई करवा ले। नाउ मूविंग ऑन टू थर्ड इंप्लाइज वन। सो थर्ड कंडीशन साडे कोल यही है कि सिग्मा जेड़ा है ऑन टू मैप है, जेड़ा E to F बार ओवर F डिफाइन किया वो एक ऑन टू मैप है, ते प्रूव ये करना है कि E एक नॉर्मल एक्सटेंशन है। तो नॉर्मल एक्सटेंशन लिए ਅਸੀਂ ਇਹੀ प्रूव करना ਹੁੰਦਾ है कि एक एलिमेंट ਅਸੀਂ E ਦੇ ਵਿੱਚੋਂ ਲੈ ਕੇ ਚੱਲਾਂਗੇ, ठीक है, ਤੇ ਉਹ एलिमेंट ਦੇ ਕੋਰਸਪੋਂਡਿੰਗ ਜਿਹੜੀ ਪੋਲੀਨੋਮੀਅਲ है उसदे वो पॉलीनोमियल दे सारे रूट्स किदे विच है वापस E दे विच है, ये प्रूव करना होगा। तो Px ਅਸੀਂ इररेड्यूसिबल पॉलीनोमियल ले ली ओवर F,
जिसका एक रूट ई दे विच है और प्रूव करना है कि हुन px दे बाकी सारे रूट्स भी ई दे विच है। तो px दे बाकी रूट्स की होंगे वी डोंट नो, सो वी हैव टेकन द आर्बिट्ररी रूट बीटा। लेट बीटा बिलोंग्स टू f बार बी अनदर रूट ऑफ px। तो ਅਸੀਂ ਇੱਕ ਆਰਬਿਟਰੀ ਰੂਟ ਪਿਕ ਕਰ ਲਿਆ px ਦਾ, ਅਨਦਰ ਅਲਫਾ ਇੱਕ ਹੈਗਾ ਸੀਗਾ ਜਿਹੜਾ ਅਸੀਂ ਆਲਰੇਡੀ e ਦੇ ਵਿੱਚ ਮੰਨ ਕੇ ਚੱਲੇ ਆ, ਹੁਣ ਇੱਕ ਆਰਬਿਟਰੀ ਬੀਟਾ ਪਿਕ ਕਰ ਲਿਆ ਹੈਗਾ ਜਿਹੜਾ ਅਸੀਂ ਸਪੋਜ਼ ਕਰ ਰਹੇ ਹਾਂ ਕਿ ਇਹ px ਦਾ ਰੂਟ ਹੈ। ਤੇ ਅਗਰ ਅਸੀਂ ਇਹ ਪ੍ਰੂਫ ਕਰ ਦਈਏ ਕਿ ਬੀਟਾ e ਨੂੰ ਬਿਲੋਂਗ ਕਰਦਾ ਔਰ ਬੀਟਾ ਆਰਬਿਟਰੀ ਹੈ ਤਾਂ ਇਟ ਮੀਨਸ ਬਾਕੀ ਸਾਰੇ ਰੂਟਸ ਵੀ ਕੀ ਪ੍ਰੂਵ ਹੋ ਜਾਏਗਾ e ਦੇ ਵਿੱਚ। ਤੇ ਹੁਣ ਅਲਫਾ ਤੇ ਬੀਟਾ ਦੋਵੇਂ ਇੱਕੋ ਹੀ ਪੋਲੀਨੋਮੀਅਲ ਦੇ ਰੂਟਸ ਹੈ, ਸੇਮ ਇਰਰੀਡਿਊਸਿਬਲ ਪੋਲੀਨੋਮੀਅਲ px ਦੇ, ਠੀਕ ਹੈ। ਤਾਂ ਫਿਰ ਆਪਾਂ ਨੇ ਜਦੋਂ ਇਹ ਡਿਰਾਈਵ ਕੀਤਾ ਸੀਗਾ ਉਸ ਥਿਓਰਮ ਦੇ ਵਿੱਚ ਕਿ ਜਿਹੜਾ ਜਿੱਥੇ ਆਪਾਂ ਬੇਸਿਸ ਬਣਾਣੀ ਸਿੱਖੀ ਸੀਗੀ ਐਡਜੰਕਸ਼ਨ ਵਾਸਤੇ ਕਿ ਅਗਰ f ਦੇ ਵਿੱਚ ਅਸੀਂ f u ਐਡਜੰਕਟ ਕਰ ਦਈਏ ਤਾਂ ਇਹ ਬੇਸਿਸ ਬਣਦੀ ਹੈ 1u ਜੋ ਵੀ ਪੋਲੀਨੋਮੀਅਲ ਦੀ ਡਿਗਰੀ ਹੋ ਤੋਂ ਇੱਕ ਘੱਟ ਤੱਕ ਉਸ ਡਿਗਰੀ n ਹੈ। ਤਾਂ ਇਸ ਥਿਓਰਮ ਦੇ ਵਿੱਚ ਅਸੀਂ ਇਹ ਰਿਜ਼ਲਟ ਵੈਰੀਫਾਈ ਕੀਤਾ ਸੀਗਾ ਕਿ ਇਹ ਜਿਹੜਾ f of u ਹੁੰਦਾ ਹੈ ਇਟ ਇਜ਼ ਆਈਸੋਮੋਰਫਿਕ ਟੂ ਉਸ ਥਿਓਰਮ ਦੇ ਪ੍ਰੂਫ ਦੇ ਵਿੱਚ fx is isomorphic to fx by ideal generated by px। ਇਹ ਅਸੀਂ ਪ੍ਰੂਫ ਕੀਤਾ ਸੀ। ਤੇ ਉਰੇ ਹੁਣ ਸਾਡੇ ਕੋਲ ਪੋਲੀਨੋਮੀਅਲ u ਜਿਹੜਾ ਹੁੰਦਾ ਸੀ ਉਹ ਪੋਲੀਨੋਮੀਅਲ px ਦਾ ਰੂਟ ਹੁੰਦਾ ਸੀ। ਤਾਂ ਉਰੇ px ਪੋਲੀਨੋਮੀਅਲ ਦੇ ਦੋ ਰੂਟਸ ਹੈ, ਇੱਕ ਅਲਫਾ ਹੈਗਾ ਇੱਕ ਬੀਟਾ ਹੈ। ਸੋ ਅਕੋਰਡਿੰਗ ਟੂ ਦਿਸ ਰਿਜ਼ਲਟ f alpha is isomorphic to fx by px and similarly f beta is isomorphic to fx by px। और आइसोमॉर्फिज्म का रिलेशन क्योंकि ट्रांजिटिव होता है सो वी हैव f alpha isomorphic to f beta। और जे f alpha f beta ਦੇ ਆਈਸੋਮੋਰਫਿਕ ਹੈ ਤਾਂ ਅਸੀਂ ਇਹ ਆਈਸੋਮੋਰਫਿਜ਼ਮ ਕੰਸੀਡਰ ਕਰਕੇ ਚੱਲਦੇ ਹਾਂ। ਲੈਟ ਸਪੋਜ਼ ਦਿਸ ਆਈਸੋਮੋਰਫਿਜ਼ਮ ਇਜ਼ ਸਿਗਮਾ। ਤਾਂ ਇਹ ਆਈਸੋਮੋਰਫਿਜ਼ਮ ਕਿਵੇਂ ਦੀ ਹੋਏਗੀ, ਯੂ ਕੈਨ ਸੀ ਇਸ ਦੇ ਵਿੱਚ f alpha ਇਸ ਦੇ ਵਿੱਚ f beta ਹੈਗਾ, ਇਹ ਅਲਫਾ ਤੋਂ ਜਨਰੇਟ ਹੋ ਰਿਹਾ ਇਹ ਬੀਟਾ ਤੋਂ ਜਨਰੇਟ ਹੋ ਰਿਹਾ। ਅਸੀਂ ਇਸ ਆਈਸੋਮੋਰਫਿਜ਼ਮ ਨੂੰ ਐਵੇਂ ਮੰਨਿਆ ਕਿ ਇਹ ਅਲਫਾ ਨੂੰ ਚੇਂਜ ਕਰੇਗਾ ਬੀਟਾ ਦੇ ਵਿੱਚ और सिग्मा a is equal to a क्योंकि f है बाकी f ਤੋਂ ਜਨਰੇਟ ਹੋ ਰਿਹਾ और अल्फा ਤੋਂ ਜਨਰੇਟ ਹੋ ਰਿਹਾ। f ਤੱਕ ਇਹਨੂੰ ਆਇਡੈਂटिटी ਮੰਨਿਆ ਹੈਗਾ और वैसे भी ਜਿਹੜੀ ਇਹ ਵਾਲੀ ਆਈਸੋਮੋਰਫਿਜ਼ਮ ਸੀਗੀ ਤੁਸੀਂ ਥਿਓਰਮ ਦੇ ਪ੍ਰੂਫ ਵਿੱਚ ਵਾਪਸ ਜਾ ਕੇ ਉੱਥੇ ਚੈੱਕ ਕਰ ਸਕਦੇ ਹੋ। ਇਹ ਵਾਲੀ ਆਈਸੋਮੋਰਫਿਜ਼ਮ ਜਿਹੜੀ ਉੱਥੇ ਡਿਫਾਈਨ ਸੀਗੀ ਇਹ ਵੀ f ਤੱਕ ਆਇਡੈਂटिटी ਸੀਗੀ, ਯੂ ਕੈਨ ਚੈੱਕ ਇਟ ਜੋ ਇਹਦੀ ਡੈਫੀਨੇਸ਼ਨ ਸੀ ਉਸ ਥਿਓਰਮ ਦੇ ਪ੍ਰੂਫ ਵਿੱਚ। ਸੋ ਇਸ ਕਰਕੇ ਇਹ ਵਾਲਾ ਜਿਹੜਾ ਆਈਸੋਮੋਰਫਿਜ਼ਮ ਹੈ ਇਹ ਵੀ ਅਸੀਂ ਇਹੀ ਲਿੱਤਾ ਕਿ f ਦੇ ਐਲੀਮੈਂਟਸ ਤੱਕ ਇਹ ਆਇਡੈਂटिटी ਹੋਏਗਾ और ਅਲਫਾ ਨੂੰ ਕਿਸ ਦੇ ਵਿੱਚ ਮੈਪ ਕਰਦਾ ਹੈਗਾ ਬੀਟਾ ਦੇ ਵਿੱਚ। ਤੇ ਇਟ ਮੀਨਸ ਹੁਣ ਇਹੀ ਵਾਲਾ ਜਿਹੜਾ ਸਿਗਮਾ ਮੈਪ ਹੈਗਾ ਜਿਹੜਾ f alpha to f beta ਹੈ ਇਹਦੀ ਅਸੀਂ ਜਿਹੜੀ ਕੋਡੋਮੇਨ ਹੈ ਉਹ ਅਸੀਂ ਇਨਕਰੀਜ਼ ਕਰ ਦਿੰਦੇ ਹਾਂ। ਵੈਸੇ ਇਹ ਰੇਂਜ ਹੀ ਹੈ ਕਿਉਂਕਿ ਆਈਸੋਮੋਰਫਿਜ਼ਮ ਹੈ ਤਾਂ ਅਸੀਂ ਇੱਧਰ ਜਿਹੜੀ ਕੋਡੋਮੇਨ ਹੈ ਉਹਨੂੰ ਵਧਾ ਦਿੱਤਾ, f beta ਤੱਕ ਨਹੀਂ ਰਹਿਣ ਦਿੱਤਾ, ਉਹਨੂੰ ਲੈ ਕੇ ਕਿਤੇ ਤੱਕ f bar ਤੱਕ, ਕਿਉਂਕਿ ਕੋਡੋਮੇਨ ਨੂੰ ਵਧਾਉਣ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ। ਜੇ f alpha ਹੈਗਾ ਤੁਹਾਡਾ ਔਰ ਇਹ ਤੁਹਾਡਾ f beta ਹੈਗਾ ਤਾਂ ਤੁਸੀਂ ਜਸਟ ਕੀ ਕਰਨਾ ਹੈਗਾ ਇੱਧਰ ਵਾਲੇ ਸੈੱਟ ਨੂੰ ਵੱਡਾ ਕਰ ਦਿੱਤਾ, ਇਹਨੂੰ ਕਿਤੇ ਤੱਕ ਲੈ ਗਏ f bar ਤੱਕ ਲੈ ਗਏ ਤਾਂ ਹੋਏਗਾ ਕਿ ਬਸ ਇਹ ਐਲੀਮੈਂਟਸ ਇੱਥੋਂ ਤੱਕ ਮੈਪ ਹੁੰਦੇ ਰਹਿਣਗੇ। ਆ ਜਿਹੜੇ ਐਲੀਮੈਂਟਸ ਐਕਸਟਰਾ ਆਏ ਇਹ ਖਾਲੀ ਪਏ ਰਹਿਣਗੇ, ਜਿੰਨੇ ਵੀ ਆਏ ਹੋਏ ਇਹ ਸਾਰੇ ਦੇ ਸਾਰੇ ਐਮਪਟੀ ਪਏ ਰਹਿਣਗੇ, ਨੋ ਇਸ਼ੂ, ਇਹਨਾਂ ਦੀ ਕੋਈ ਵੀ ਇਮੇਜ ਨਹੀਂ ਹੈ। ਤਾਂ ਕੋਡੋਮੇਨ ਜਿਹੜੀ ਹੈ ਰੇਂਜ ਜਿਹੜੀ ਹੈ ਉਹਨੂੰ ਅਸੀਂ ਜਿਵੇਂ ਮਰਜ਼ੀ ਇਨਕਰੀਜ਼ ਕਰ ਸਕਦੇ ਹਾਂ। तो सिग्मा f alpha to f bar ਲਿੱਤਾ ਬਟ ਇਹਦੇ ਨਾਲ ਹੋਇਆ ਕਿ ਜਿਹੜੀ ਔਨਟੂਨੈਸ ਵਾਲੀ ਕੰਡੀਸ਼ਨ ਸੀ ਉਹ ਹਟ ਗਈ ਬਸ। ਤਾਂ ਇਟ ਮੀਨਸ ਇਹ ਸਿਰਫ ਕੀ ਰਹਿ ਗਿਆ ਹੁਣ ਐਮਬੈਡਿੰਗ, ਸਿਗਮਾ ਇਜ਼ ਐਨ ਐਮਬੈਡਿੰਗ ਆਫ f alpha into f bar। ਨਾਓ ਬਾਈ ਯੂਜ਼ਿੰਗ ਦਾ ਥਿਓਰਮ 4.3 ਆਫ ਚੈਪਟਰ 15 ਜਿਹੜੀ ਥਿਓਰਮ ਇਹ ਕਹਿੰਦੀ ਸੀ ਕਿ ਸਾਨੂੰ ਕਿ ਅਗਰ ਕੋਈ ਮੈਪ f ਤੋਂ ਲੈ ਕੇ l ਤੱਕ ਹੈ, l ਕੀ ਸੀਗਾ ਅਲਜੈਬਰਿਕਲੀ ਕਲੋਜ਼ਡ, ਤਾਂ ਹੀ ਕਰਕੇ ਅਸੀਂ ਇਹਨੂੰ ਐਕਸਟੈਂਡ ਕੀਤਾ ਸੀ f bar ਤੱਕ ਕਿਉਂਕਿ f bar ਕੀ ਹੈ ਅਲਜੈਬਰਿਕਲੀ ਕਲੋਜ਼ਡ। ਤਾਂ ਐਸੇ ਮੈਪ ਦੀ ਅਸੀਂ ਡੋਮੇਨ ਹੈ ਜਿਹੜੀ ਉਹ ਵੀ ਐਕਸਟੈਂਡ ਕਰ ਸਕਦੇ ਹਾਂ। ਡੋਮੇਨ ਕਿੱਥੋਂ ਤੱਕ ਐਕਸਟੈਂਡ ਕਰ ਸਕਦੇ ਹਾਂ ਕਿਸੇ ਵੀ ਅਲਜੈਬਰਿਕ ਐਕਸਟੈਂਸ਼ਨ ਤੱਕ ਥੀਟਾ e to l। ਤਾਂ ਅਸੀਂ ਇਸ ਕਰਕੇ ਜਿਹੜਾ ਇਹ f alpha ਹੈਗਾ ਇਹਨੂੰ ਵੀ ਐਕਸਟੈਂਡ ਕਰਨ ਲੱਗੇ ਹਾਂ ਹੁਣ ਔਰ ਇਹਦੀ ਅਲਜੈਬਰਿਕ ਐਕਸਟੈਂਸ਼ਨ ਅਸੀਂ ਕਿਹਨੂੰ ਲੈ ਕੇ ਚੱਲਣ ਲੱਗੇ ਹਾਂ e ਨੂੰ। ਤਾਂ ਇਸ ਮੈਪ ਨੂੰ ਅਸੀਂ ਐਕਸਟੈਂਡ ਕੀਤਾ ਸਿਗਮਾ ਸਟਾਰ from e to f bar according to this theorem it is allowed, so we can define sigma star from e to f bar। so you can see we are doing 3 implies 1। ਤਾਂ ਥਰਡ ਆਪਣੇ ਕੋਲ ਕੀ ਕਹਿੰਦਾ ਸੀਗਾ ਕਿ ਅਗਰ ਤੁਹਾਡੇ ਕੋਲ ਕੋਈ ਐਸਾ ਮੈਪ ਹੈ ਜਿਹੜਾ ਸਿਗਮਾ ਸਟਾਰ ਆਪਣੇ ਕੋਲ ਬਣ ਗਿਆ ਜਿਹੜਾ e to f bar ਹੋਵੇ ਔਰ f ਦੇ ਐਲੀਮੈਂਟਸ ਨੂੰ ਫਿਕਸ ਕਰਦਾ ਹੋਵੇ ਤਾਂ ਐਸਾ ਮੈਪ ਕੀ ਹੋਏਗਾ ਸਾਡਾ ਆਟੋਮੋਰਫਿਜ਼ਮ ਹੋਏਗਾ। that's why we are saying sigma star is an automorphism of e। ਔਰ ਅਗਰ ਸਿਗਮਾ ਸਟਾਰ ਆਟੋਮੋਰਫਿਜ਼ਮ ਹੈ ਤੇ ਸਿਗਮਾ ਸਟਾਰ ਕਿਤੋਂ ਐਕਸਟੈਂਡ ਹੋ ਕੇ ਬਣਿਆ ਹੈਗਾ, सिग्मा स्टार एक्सटेंड होके बनया हैगा अपना सिग्मा पे। तो सिग्मा स्टार जेड़ा है अल्फा दी इमेज वही देगा जो सिग्मा प्रोवाइड कर रहे थे क्योंकि एक्सटेंशन मैप का मतलब यही हुंदा है पुराने एलिमेंट्स दी इमेजेस वो कंटिन्यू करेगा। तो सिग्मा स्टार अल्फा विल बी इक्वल टू सिग्मा अल्फा और सिग्मा अल्फा साडा किस दे बराबर सीगा बीटा दे और बीटा ਇਹਦਾ मतलब किनु बिलोंग करन लग गया फिर e ਨੂੰ। क्यों बिलोंग करन लग गया क्योंकि बीटा किस दी प्री इमेज आ रही है अल्फा दी और किस दे अंडर आ रही है सिग्मा स्टार दे और सिग्मा स्टार ऑटोमॉर्फिज्म है e ਦਾ। ਇਹਦਾ मतलब सिग्मा स्टार मैप ਜਿਹੜਾ ਹੈ ਉਹ e to e ਤੱਕ ਹੈ। ਤਾਂ ਜੇ ਉਰੇ ਅਸੀਂ ਅਲਫਾ ਇਨਪੁਟ ਕੀਤਾ ਔਰ ਆਨਸਰ ਵਿੱਚ ਸਾਡੇ ਕੋਲ ਬੀਟਾ ਆ ਗਿਆ ਇਹਦਾ मतलब ਇਹ ਜ਼ਰੂਰੀ ਹੈ ਕਿ ਬੀਟਾ ਕਿਹਨੂੰ ਬਿਲੋਂਗ ਕਰਦਾ ਹੋਏਗਾ e। ਔਰ ਇਹੀ ਅਸੀਂ ਪ੍ਰੂਫ ਕਰਨਾ ਚਾਹੁੰਦੇ ਸੀ ਕਿਉਂਕਿ ਬੀਟਾ ਇੱਕ ਆਰਬਿਟਰੀ ਰੂਟ ਸੀਗਾ px ਦਾ
और ओ अगर E ਨੂੰ ਬਿਲੋਂਗ ਕਰ ਗਿਆ ਤਾਂ ਇਹਦਾ ਮਤਲਬ px ਦੇ ਸਾਰੇ ਰੂਟਸ ਕਿਹਨੂੰ ਬਿਲੋਂਗ ਕਰ ਗਏ E ਨੂੰ, ਤਾਂ ਇਹੀ ਹੈ ਸਾਡੇ ਕੋਲ ਫਸਟ ਪਾਰਟ ਸੀਗਾ, that means E is a normal extension. So after the proof of this theorem we can say that the condition number 2 and condition number 3, these are the equivalent conditions for normal extension. Whenever we have to prove extension is a normal extension, you can also prove these two conditions. If you can prove either of these two conditions, then E is also a normal extension, and we will use these conditions further in the topic also. So you have to remember these three definitions of the normal extension. This is the basic definition, and these are the equivalent definitions for the normal extension. So the topic normal extension ਦੇ ਵਿੱਚ ਅਗਲਾ question ਹੈ ਆਪਣੇ ਕੋਲ, any extension E of a field F such that dimension of E over F is equal to 2. ਜਿਹੜੀ E ਦੀ ਡਿਗਰੀ ਹੈ over F ਜਾਂ dimension ਹੈ ਜਿਹੜੀ E ਦੀ over F ਉਹ 2 ਹੈ, ਤਾਂ ਐਸੀ extension ਹਮੇਸ਼ਾ normal extension ਹੀ ਹੋਏਗੀ। ਤਾਂ ਇਟ ਮੀਨਸ ਜਿਹੜੀ ਵੀ ਕਿਸੇ ਐਕਸਟੈਂਸ਼ਨ ਦੀ ਡਿਗਰੀ 2 ਆ ਗਈ ਤਾਂ ਉਸ ਨੂੰ ਸਾਨੂੰ ਵੈਰੀਫਾਈ ਕਰਨ ਦੀ ਜ਼ਰੂਰਤ ਨਹੀਂ ਹੈ, that is always a normal extension. This is the result. ਤਾਂ ਕਿਵੇਂ ਹੁੰਦਾ ਇਹ, ਇਸ ਦੇ ਬਾਰੇ ਦਾ ਪ੍ਰੂਫ ਅਸੀਂ ਡਿਸਕਸ ਕਰਦੇ ਹਾਂ। ਡਾਇਮੈਂਸ਼ਨ ਕਿਉਂਕਿ 2 ਹੈ E ਦੀ ਓਵਰ F, ਤਾਂ ਇੱਕ ਗੱਲ ਤਾਂ ਕਲੀਅਰ ਹੈ, E not equal to F ਹੋਏਗਾ, E ਦੇ F ਬਰਾਬਰ ਨਹੀਂ ਹੋ ਸਕਦਾ, ਠੀਕ ਹੈ ਨਾ, ਕਿਉਂਕਿ ਡਾਇਮੈਂਸ਼ਨ 2 ਆਈ ਹੈ, ਜੇ ਬਰਾਬਰ ਹੁੰਦੇ ਤਾਂ ਡਾਇਮੈਂਸ਼ਨ 1 ਹੁੰਦੇ, ਤਾਂ ਉਰੇ 2 ਹੈ ਡਾਇਮੈਂਸ਼ਨ, ਤਾਂ ਇਸ ਕਰਕੇ ਇਹ ਦੋਵੇਂ ਬਰਾਬਰ ਨਹੀਂ ਹੈ। ਤਾਂ ਜੇ ਦੋਵੇਂ ਬਰਾਬਰ ਨਹੀਂ ਹੈਗੇ, EF ਦਾ ਐਕਸਟੈਂਸ਼ਨ ਹੈ, ਤਾਂ ਇਹਦਾ ਮਤਲਬ ਕੋਈ ਨਾ ਕੋਈ ਐਸਾ ਐਲੀਮੈਂਟ ਹੋਏਗਾ ਅਲਫਾ ਬਿਲੋਂਗਸ ਟੂ E ਬਟ ਅਲਫਾ ਡਸ ਨਾਟ ਬਿਲੋਂਗਸ ਟੂ F। ਕੋਈ ਐਸਾ ਐਲੀਮੈਂਟ ਜ਼ਰੂਰ ਹੋਏਗਾ E ਦੇ ਵਿੱਚ ਜਿਹੜਾ F ਦੇ ਵਿੱਚ ਨਹੀਂ ਹੈਗਾ। ਤੇ ਇਹ ਜਿਹੜਾ ਐਲੀਮੈਂਟ ਅਲਫਾ ਬਿਲੋਂਗਿੰਗ ਟੂ E ਲਿੱਤਾ ਹੈ, ਫਿਰ ਅਸੀਂ ਇਸ ਦੀ ਇੱਕ ਮਿਨੀਮਲ ਪੋਲੀਨੋਮੀਅਲ ਕੰਸੀਡਰ ਕਰ ਸਕਦੇ ਹਾਂ, ਬਿਕੋਜ਼ E ਫਾਈਨਾਈਟ ਐਕਸਟੈਂਸ਼ਨ ਹੈ, ਡਾਇਮੈਂਸ਼ਨ 2 ਹੈ, ਤਾਂ ਆਬਵੀਅਸਲੀ ਅਲਜੈਬਰਿਕ ਐਕਸਟੈਂਸ਼ਨ ਵੀ ਹੈ। ਐਵਰੀ ਫਾਈਨਾਈਟ ਐਕਸਟੈਂਸ਼ਨ ਇਜ਼ ਅਲਜੈਬਰਿਕ ਐਕਸਟੈਂਸ਼ਨ, ਤਾਂ ਇਟ ਮੀਨਸ ਅਲਫਾ ਐਲੀਮੈਂਟ ਅਲਜੈਬਰਿਕ ਹੋਏਗਾ, ਦੈਟਸ ਵਾਈ ਇਹਦੀ ਮਿਨੀਮਲ ਪੋਲੀਨੋਮੀਅਲ ਓਵਰ F ਅਸੀਂ ਕੰਸੀਡਰ ਕਰ ਸਕਦੇ। ਤਾਂ ਫਿਰ ਇਹਦਾ ਮਤਲਬ ਜੇ ਅਲਫਾ ਦੀ ਇਹ ਮਿਨੀਮਲ ਪੋਲੀਨੋਮੀਅਲ ਹੈ ਤਾਂ F ਦੇ ਓਵਰ ਹੈ ਨਾ ਮਿਨੀਮਲ ਪੋਲੀਨੋਮੀਅਲ, ਤਾਂ F ਦੇ ਵਿੱਚ ਐਲੀਮੈਂਟ ਅਲਫਾ ਅਸੀਂ ਐਡਜੰਕਟ ਕਰਾਂਗੇ, ਤਾਂ ਆ ਡਾਇਮੈਂਸ਼ਨ F ਅਲਫਾ ਓਵਰ F ਇਹ ਸਾਡੇ ਕੋਲ ਕਿਸ ਦੇ ਇਕੁਅਲ ਆ ਜਾਏਗੀ, ਦਾ ਡਿਗਰੀ ਆਫ ਦਾ ਪੋਲੀਨੋਮੀਅਲ। ਬਟ ਜੇ ਹੁਣ ਅਸੀਂ ਗੱਲ ਕਰੀਏ ਜਿਹੜਾ ਸਾਡੇ ਕੋਲ ਇਹਨਾਂ ਦਾ ਟਾਵਰ ਹੈ, ਜਿਹੜੀਆਂ ਇਹ ਤਿੰਨ ਫੀਲਡਸ ਆਪਣੇ ਕੋਲ ਆ ਚੁੱਕੀਆਂ ਪਿਕਚਰ ਦੇ ਵਿੱਚ, ਇਹਨਾਂ ਦਾ ਜਿਹੜਾ ਟਾਵਰ ਹੈ ਆਪਣੇ ਕੋਲ ਉਹ ਕਿਵੇਂ ਦਾ ਹੋਏਗਾ, ਆਪਣੇ ਕੋਲ ਪਹਿਲਾਂ F ਸੀਗਾ ਤੇ ਇੱਕ E ਸੀਗਾ, ਅਸੀਂ E ਦੇ ਵਿੱਚੋਂ ਐਲੀਮੈਂਟ ਚੂਜ਼ ਕੀਤਾ ਸੀ ਅਲਫਾ, ਔਰ ਇਹ ਵਾਲਾ ਐਲੀਮੈਂਟ F ਦੇ ਵਿੱਚ ਨਹੀਂ ਸੀਗਾ, ਤਾਂ ਅਸੀਂ ਇਸ ਐਲੀਮੈਂਟ ਅਲਫਾ ਨੂੰ F ਦੇ ਵਿੱਚ ਐਡਜੰਕਟ ਕੀਤਾ, ਤਾਂ ਇਹੀ ਅਸਿਊਮ ਕਰ ਸਕਦੇ ਹਾਂ ਕਿ F ਅਲਫਾ E ਤੇ F ਦੇ ਵਿਚਾਲੇ ਲਾਈ ਕਰਦਾ ਹੋਏਗਾ ਕਿਤੇ ਨਾ ਕਿਤੇ। ਤਾਂ ਜੇ F ਅਲਫਾ E ਤੇ F ਦੇ ਵਿਚਾਲੇ ਕਿਤੇ ਨਾ ਕਿਤੇ ਲਾਈ ਕਰਦਾ ਹੈ ਤੇ ਇਹਦੀ ਡਿਗਰੀ ਆਪਣੇ ਕੋਲ px ਦੀ ਡਿਗਰੀ ਦੇ ਬਰਾਬਰ ਹੈ, ਤਾਂ ਆ ਡਾਇਮੈਂਸ਼ਨ E ਓਵਰ F ਇਸ ਨੂੰ ਅਸੀਂ ਕਿਵੇਂ ਬ੍ਰੇਕ ਕਰ ਸਕਦੇ ਹਾਂ, E ਓਵਰ F ਅਲਫਾ ਇਨਟੂ F ਅਲਫਾ ਓਵਰ F, ਤਾਂ ਇਸ ਨੂੰ ਇਹਨਾਂ ਦੋ ਦੀ ਪ੍ਰੋਡਕਟ ਦੇ ਵਿੱਚ ਅਸੀਂ ਬ੍ਰੇਕ ਕਰ ਸਕਦੇ ਹਾਂ। ਤੇ E ਓਵਰ F ਡਾਇਮੈਂਸ਼ਨ ਕਿਉਂਕਿ 2 ਦੇ ਇਕੁਅਲ ਹੈ, ਇਸ ਕਰਕੇ E ਓਵਰ F ਅਲਫਾ ਇਨਟੂ F ਅਲਫਾ ਓਵਰ F ਇਹ ਆਪਣਾ 2 ਦੇ ਬਰਾਬਰ ਹੋ ਗਿਆ। ਹੁਣ ਇਹਨਾਂ ਦੋਵਾਂ ਨੂੰ ਮਲਟੀਪਲਾਈ ਕਰਕੇ 2 ਆਉਂਦਾ ਹੈ, ਤਾਂ 2 ਨੂੰ ਅਸੀਂ ਫੈਕਟਰਾਈਜ਼ ਜੇ ਕਰ ਸਕਦੇ ਹਾਂ ਤਾਂ ਐਵੇਂ ਕਰ ਸਕਦੇ ਹਾਂ 1 ਇਨਟੂ 2, ਤਾਂ ਇਹਦਾ ਮਤਲਬ ਜਾਂ ਤਾਂ ਇਹ ਵਾਲੀ ਵੈਲਿਊ E ਓਵਰ F ਅਲਫਾ 1 ਹੋਏਗੀ ਜਾਂ ਫਿਰ F ਅਲਫਾ ਓਵਰ F 1 ਹੋਏਗੀ, ਦੋਵਾਂ ਚੋਂ ਕੋਈ ਨਾ ਕੋਈ ਇੱਕ ਵੈਲਿਊ ਜਿਹੜੀ ਹੈ ਉਹ 1 ਜ਼ਰੂਰ ਹੋਏਗੀ। ਬਟ F ਅਲਫਾ ਓਵਰ F ਕਹਿੰਦਾ 1 ਦੇ ਬਰਾਬਰ ਨਹੀਂ ਲੈ ਸਕਦੇ, ਇਸ ਨੂੰ ਅਸੀਂ 1 ਦੇ ਬਰਾਬਰ ਨਹੀਂ ਲੈ ਸਕਦੇ, ਕਿਉਂਕਿ ਇਹਦਾ ਮਤਲਬ ਕੀ ਹੋਇਆ, ਜੇ ਤੁਸੀਂ ਇਹਨੂੰ 1 ਦੇ ਇਕੁਅਲ ਲੈ ਲਿਆ ਫਿਰ ਕੀ ਪ੍ਰੋਬਲਮ ਆਣੀ ਹੈ, ਜੇ ਇਸ ਨੂੰ ਤੁਸੀਂ 1 ਦੇ ਇਕੁਅਲ ਲੈ ਲਿਆ ਤਾਂ ਇਹਦਾ ਮਤਲਬ F ਅਲਫਾ ਤੇ F ਬਰਾਬਰ ਹੋਣਗੇ, ਡਾਇਮੈਂਸ਼ਨਸ ਜੇ ਡਾਇਮੈਂਸ਼ਨ ਜੇ 1 ਆਂਦੀ ਹੈ ਤਾਂ ਇਹਦਾ ਮਤਲਬ ਇਹ ਦੋਵੇਂ ਸਪੇਸਿਸ ਫਿਰ ਜਿਹੜੀਆਂ ਹੈ ਬਰਾਬਰ ਹੋ ਜਾਂਦੀਆਂ, ਤਾਂ ਇਹਦਾ ਮਤਲਬ ਜੇ F ਅਲਫਾ F ਦੇ ਬਰਾਬਰ ਹੋ ਗਿਆ ਤਾਂ ਅਲਫਾ ਕਿਹਨੂੰ ਬਿਲੋਂਗ ਕਰਨਾ ਸ਼ੁਰੂ ਕਰ ਗਿਆ ਫਿਰ F, ਐਂਡ ਦੈਟ ਇਜ਼ ਅ ਕੰਟਰਡਿਕਸ਼ਨ ਬਿਕੋਜ਼ ਅਲਫਾ ਡਸ ਨਾਟ ਬਿਲੋਂਗਸ ਟੂ F, ਠੀਕ ਹੈ, ਤਾਂ ਹੀ ਲਿਖਿਆ ਬਟ F ਅਲਫਾ ਓਵਰ F not equal to 1, otherwise then alpha belongs to F, so we must have E over F alpha equal to 1, ਤੇ ਅਗਰ E over F alpha equal to 1 ਹੈ ਡਾਇਮੈਂਸ਼ਨ, ਤਾਂ ਇਹਦਾ ਮਤਲਬ E equals to F alpha, ਤਾਂ E equals to F alpha ਹੈਗਾ, ਤੇ ਇਹਦਾ ਮਤਲਬ ਕੀ ਹੋਇਆ ਫਿਰ ਉਰੋਂ ਦੀ ਅਗਰ ਅਸੀਂ ਚੈੱਕ ਕਰੀਏ, E ਅਗਰ F alpha ਦੇ ਬਰਾਬਰ ਹੋ ਗਿਆ ਤਾਂ F alpha ਨੂੰ ਜੇ ਅਸੀਂ ਉਰੇ E ਪੁੱਟ ਕਰਾਂਗੇ ਤਾਂ ਡਾਇਮੈਂਸ਼ਨ E over F ਬਣ ਗਿਆ, ਔਰ ਡਾਇਮੈਂਸ਼ਨ E over F ਕਿਹਦੇ ਇਕੁਅਲ ਗਿਵਨ ਹੈ ਸਾਨੂੰ 2 ਦੇ, ਇਹਦਾ ਮਤਲਬ ਡਿਗਰੀ ਆਫ px ਵੀ ਕਿਹਦੇ ਬਰਾਬਰ ਹੋਗੀ ਫਿਰ 2 ਦੇ ਬਰਾਬਰ, ਤੇ px ਪੋਲੀਨੋਮੀਅਲ ਦਾ ਇੱਕ ਰੂਟ ਅਸੀਂ ਆਲਰੇਡੀ ਲਿੱਤਾ ਹੋਇਆ ਸੀਗਾ ਕਿਉਂਕਿ ਅਲਫਾ ਦੀ ਮਿਨੀਮਲ ਪੋਲੀਨੋਮੀਅਲ ਸੀਗੀ px, ਤਾਂ px ਦਾ ਇੱਕ ਰੂਟ ਸਾਡੇ ਕੋਲ ਅਲਫਾ ਹੈਗਾ ਆਲਰੇਡੀ, ਤਾਂ ਇਹਦਾ ਮਤਲਬ ਇਹ ਵਾਲਾ ਜਿਹੜਾ ਅਲਫਾ ਹੈਗਾ ਕਿਹਦੇ ਵਿੱਚ ਹੈਗਾ E ਦੇ ਵਿੱਚ, ਤੇ ਅਗਰ ਕਿਸੇ ਪੋਲੀਨੋਮੀਅਲ ਦੀ ਡਿਗਰੀ 2 ਹੋਵੇ ਔਰ ਉਹਦਾ ਇੱਕ ਰੂਟ E ਦੇ ਵਿੱਚ ਆ ਗਿਆ, ਇੱਕ ਫੀਲਡ ਦੇ ਵਿੱਚ ਆ ਗਿਆ, ਤਾਂ ਉਹਦਾ ਦੂਸਰਾ ਰੂਟ ਵੀ ਸ਼ੋਰ ਹੈ ਉਸੇ ਫੀਲਡ ਦੇ ਵਿੱਚ ਜ਼ਰੂਰ ਆਊਗਾ ਹੀ ਆਊਗਾ। So because px has one root alpha belonging to E,
it must have its other root also in E. ਇਹਦਾ ਰੀਜ਼ਨ ਮੈਂ ਐਕਸਪਲੇਨ ਕਰ ਸਕਦਾ ਕਿਉਂ ਹੋਏਗਾ। ਸਪੋਜ਼ ਇੱਕ ਰੂਟ ਜਿਵੇਂ ਅਲਫਾ ਸੀਗਾ ਤਾਂ ਦੂਸਰਾ ਰੂਟ ਸਪੋਜ਼ ਇਹਦਾ ਹੋ ਗਿਆ ਬੀਟਾ, ਠੀਕ ਹੈ, ਤਾਂ A ਦੀ ਫੈਕਟਰਾਈਜੇਸ਼ਨ ਹੋਗੀ ਸਪੋਜ਼ Bx, one root is alpha and other root is beta, and if you expand it you will get x square minus alpha plus beta x plus alpha into beta, you will get the polynomial of this type। ਤੇ ਹੁਣ ਇਹ ਵਾਲੀ ਜਿਹੜੀ ਪੋਲੀਨੋਮੀਅਲ ਹੈ px, ਇਹ ਅਸੀਂ ਕਿਹਾ ਸੀਗਾ ਕਿਹਦੇ ਓਵਰ ਹੈ, f ਦੇ ਓਵਰ, ਇਟ ਮੀਨਸ ਇਟ ਬਿਲੋਂਗਸ ਟੂ fx, ਤੇ ਜੇ f ਦੇ ਓਵਰ ਹੈ ਤਾਂ ਇਹਨੂੰ ਓਵਰ ex ਵੀ ਤੁਸੀਂ ਕਹਿ ਸਕਦੇ ਹੋ, ਇਟ ਆਲਸੋ ਬਿਲੋਂਗਸ ਟੂ ex। ਤੇ ਇਸ ਦਾ ਇੱਕ ਰੂਟ ਜਿਹੜਾ ਅਲਫਾ ਹੈਗਾ ਉਹ e ਦੇ ਵਿੱਚ ਹੈ, ਤੇ ਹੁਣ ਇਹ ਪੋਲੀਨੋਮੀਅਲ ਅਗਰ ਅਸੀਂ ਕਹਿ ਰਹੇ ਹਾਂ ex ਨੂੰ ਬਿਲੋਂਗ ਕਰਦੀ ਹੈ ਤਾਂ ਦੈਟ ਮੀਨਸ ਜਿਹੜਾ ਸਾਡਾ ਇਹ ਅਲਫਾ ਪਲੱਸ ਬੀਟਾ ਹੈਗਾ ਇਹ ਕਿਹਨੂੰ ਬਿਲੋਂਗ ਕਰੇਗਾ, e ਨੂੰ, ਜਿਹੜਾ ਇਸ ਦਾ ਕੋਐਫੀਸ਼ੀਐਂਟ ਹੈ x ਦਾ, ਇਹ e ਨੂੰ ਬਿਲੋਂਗ ਕਰੇਗਾ। ਅਲਫਾ ਵੀ e ਨੂੰ ਬਿਲੋਂਗ ਕਰਦਾ ਹੈ, ਅਲਫਾ ਪਲੱਸ ਬੀਟਾ ਵੀ ਕਰਦਾ ਹੈ, ਤਾਂ ਦੋਵਾਂ ਦੀ ਸਬਟ੍ਰੈਕਸ਼ਨ ਹੈ ਜਿਹੜੀ ਅਲਫਾ ਪਲੱਸ ਬੀਟਾ ਮਾਈਨਸ ਅਲਫਾ, ਇਹ ਵੀ ਕਿਹਨੂੰ ਬਿਲੋਂਗ ਕਰੇਗੀ, e ਨੂੰ ਬਿਲੋਂਗ, ਤਾਂ ਇਟ ਮੀਨਸ ਦੋਵਾਂ ਨੂੰ ਸਬਟ੍ਰੈਕਟ ਕਰਕੇ ਬਚੇਗਾ ਕਿ ਬੀਟਾ, the second root also belongs to e, so that's why we are saying px has one root alpha belonging to e, it must have its other root also in e। ਤਾਂ ਇਹਦਾ ਮਤਲਬ ਕੀ ਹੋਇਆ, e ਜਿਹੜਾ ਹੈਗਾ ਇਸ ਪੋਲੀਨੋਮੀਅਲ ਦਾ ਕੀ ਬਣ ਗਿਆ, ਸਪਲਿਟਿੰਗ ਫੀਲਡ ਬਣ ਗਿਆ, ਕਿਉਂਕਿ ਇਹਦੇ ਦੋਵੇਂ ਦੇ ਦੋਵੇਂ ਰੂਟਸ ਕਿਸ ਦੇ ਵਿੱਚ ਆ ਗਏ, e ਦੇ ਵਿੱਚ। ਔਰ ਜੇਕਰ ਕੋਈ ਐਕਸਟੈਂਸ਼ਨ ਫਾਈਨਾਈਟ ਹੋਵੇ ਐਜ਼ ਵੈਲ ਐਜ਼ ਸਪਲਿਟਿੰਗ ਫੀਲਡ ਹੋਵੇ ਤਾਂ ਅਸੀਂ ਪੜਿਆ ਸੀਗਾ ਲਾਸਟ ਕੁਐਸਚਨ ਦੇ ਵਿੱਚ ਕਿ ਐਸੀ ਐਕਸਟੈਂਸ਼ਨ ਕੀ ਹੁੰਦੀ ਹੈ ਆਪਣੇ ਕੋਲ, ਨਾਰਮਲ ਐਕਸਟੈਂਸ਼ਨ। ਫਸਟ ਵੀਡੀਓ ਜਿਹੜੀ ਸੀਗੀ ਇਸ ਦੇ ਵਿੱਚ ਅਸੀਂ ਪੜਿਆ ਸੀਗਾ ਜਿਸ ਚ ਨਾਰਮਲ ਐਕਸਟੈਂਸ਼ਨਸ ਦਾ ਟੌਪਿਕ ਅਸੀਂ ਪੜਿਆ ਸੀ, ਉਸ ਦੇ ਵਿੱਚ ਡਿਸਕਸ ਹੋਇਆ ਸੀ ਕਿ ਜੇ ਫਾਈਨਾਈਟ ਹੋਵੇ ਪਲੱਸ ਸਪਲਿਟਿੰਗ ਫੀਲਡ ਹੋਵੇ then it is also a normal extension।